ਸਾਂਝਾ ਟੀਵੀ ਤੁਹਾਡਾ ਸਵਾਗਤ ਹੈ। ਮੈਂ ਹਾਂ ਮਦਨਦੀਪ ਔਰ ਅੱਜ ਅਸੀਂ ਵਿਸ਼ੇਸ਼ ਤੌਰ ਤੇ ਰਾਜ ਕੁਮਾਰ ਵੇਰਕਾ ਜੀ ਸਾਬਕਾ ਮੰਤਰੀ ਪੰਜਾਬ ਨਾਲ ਗੱਲਬਾਤ ਕਰਨ ਲਈ ਉਹਨਾਂ ਦੇ ਮੁੱਖ ਦਫ਼ਤਰ ਜਿਹੜੇ ਸਟੇਟ ਆਫਿਸ ਹੈ ਭਾਰਤੀ ਜਨਤਾ ਪਾਰਟੀ ਦਾ ਉਹਦੇ ਵਿੱਚ ਆਏ ਹੋਏ ਆ। ਵੇਰਕਾ ਜੀ ਬਾਰੇ ਵੈਸੇ ਜ਼ਿਆਦਾ ਜਾਣ ਪਹਿਚਾਣ ਦੀ ਤਾਂ ਲੋੜ ਨਹੀਂ ਹੈਗੀ, ਪਰ ਇਸ ਕਰਕੇ ਜਾਣ ਪਹਿਚਾਣ ਹੋ ਰਹੀ ਹੈ ਕਿਉਂਕਿ ਇਹ ਮੰਤਰੀ ਕੈਬਨਿਟ ਮੰਤਰੀ ਕਾਂਗਰਸ ਦੀ ਸਰਕਾਰ ਦੇ ਵਿੱਚ ਸਨ ਔਰ ਪੁਰਾਣੇ ਲੀਡਰ ਨੇ, ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਰਾਜਨੀਤੀ ਦੇ ਵਿੱਚ ਇਹਨਾਂ ਦਾ ਵੱਡਾ ਨਾਂ ਆ ਪੰਜਾਬ ਦੀ ਰਾਜਨੀਤੀ 'ਚ, ਲੇਕਿਨ ਭਾਰਤੀ ਜਨਤਾ ਪਾਰਟੀ ਦੇ ਇਹ ਨਵੇਂ ਲੀਡਰ ਨੇ। ਨਵੇਂ ਲੀਡਰ ਇਸ ਕਰਕੇ ਨੇ, ਅਸੀਂ ਸਾਰੇ ਜਾਣਦੇ ਹਾਂ ਕਿ ਰਾਜ ਕੁਮਾਰ ਵੇਰਕਾ ਜੀ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ। ਕਿਉਂ ਛੱਡਿਆ ਥੋੜ੍ਹੀ ਬਹੁਤ ਗੱਲ ਕਰਾਂਗੇ, ਵੈਸੇ ਤਾਂ ਹੁਣ ਗੱਲ ਪੁਰਾਣੀ ਹੋ ਗਈ, ਪਰ ਫਿਰ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਇੱਕ ਅੱਧੀ ਵਾਰ ਹੋਰ ਵੀ ਮਿਲਾਂਗੇ ਤਾਂ ਅਸੀਂ ਲਾਜ਼ਮੀ ਪੁੱਛਾਂਗੇ ਕਿ ਤੁਸੀਂ ਕਾਂਗਰਸ ਛੱਡੀ ਕਿਉਂ। ਕਿਉਂਕਿ ਇੱਕ ਸਿਧਾਂਤਕ ਪਾਰਟੀ ਨੂੰ ਛੱਡ ਕੇ ਇੱਕ ਦੂਸਰੇ ਸਿਧਾਂਤ ਦੇ ਵਿੱਚ ਰਾਜਨੀਤੀ ਦੇ ਸ਼ਾਮਲ ਹੋਣਾ ਇਹ ਕੋਈ ਸੁਖਾਲੀ ਗੱਲ ਨਹੀਂ ਹੈ। ਬੇਸ਼ੱਕ ਅਸੀਂ ਕਹੀਏ ਕਿ ਸਾਡੇ ਡੈਮੋਕ੍ਰੈਟਿਕ ਸੈਟਅਪ ਆ, ਜਮਹੂਰੀ ਦੇਸ਼ ਹੈ, ਜਮਹੂਰੀਅਤ ਦੇ ਵਿੱਚ ਸੰਭਾਵਨਾਵਾਂ ਰਾਜਨੀਤੀ ਦੇ ਵਿੱਚ ਵੱਖ-ਵੱਖ ਹੁੰਦੀਆਂ ਔਰ ਉਹਨਾਂ ਸੰਭਾਵਨਾਵਾਂ ਨੂੰ ਕੈਚ ਕਰਨਾ ਇੱਕ ਰਾਜਨੀਤਿਗਿਆ ਦਾ ਇੱਕ ਆਪਣਾ ਵਤੀਰਾ ਹੁੰਦਾ ਹੈ, ਆਪਣੀ ਮਰਜ਼ੀ ਹੁੰਦੀ ਹੈ। ਪਰ ਫਿਰ ਵੀ ਕਈ ਤਰ੍ਹਾਂ ਦੇ ਸਵਾਲ ਨੇ, ਅਸੀਂ ਕਰਾਂਗੇ ਬੜੇ ਬੇਬਾਕੀ ਨਾਲ ਗੱਲਬਾਤ ਕਰਾਂਗੇ ਕਿਉਂਕਿ ਰਾਜ ਕੁਮਾਰ ਵੇਰਕਾ ਜੀ ਬਹੁਤ ਬੇਬਾਕ ਮੰਨੇ ਜਾਂਦੇ ਆ ਔਰ ਅੱਜ ਤੱਕ ਵੇਰਕਾ ਜੀ ਉੱਤੇ ਕਮ ਸੇ ਕਮ ਕੋਈ ਐਲੀਗੇਸ਼ਨ ਨਹੀਂ ਹੈਗਾ ਕਿ ਇਹ ਰਿਸ਼ਵਤ ਤੋਂ ਡਰ ਕੇ, ਈਡੀ ਤੋਂ ਡਰ ਕੇ ਗਏ ਆ ਭਾਜਪਾ 'ਚ ਜਾਂ ਕਿਸੇ ਹੋਰ ਏਜੰਸੀ ਤੋਂ ਡਰ ਕੇ ਗਏ ਆ। ਕਮ ਸੇ ਕਮ ਇਹਨਾਂ 'ਤੇ ਇਹ ਇਲਜ਼ਾਮ ਨਹੀਂ ਹੈਗੇ। ਫਿਰ ਵੀ ਭਾਜਪਾ 'ਚ ਕਿਉਂ ਗਏ ਆ, ਬਹੁਤ ਦਿਲਚਸਪ ਮਾਮਲਾ ਆ। ਵੇਰਕਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਬਹੁਤ ਧੰਨਵਾਦ ਤੁਹਾਡਾ। ਵੈਸੇ ਸਵਾਗਤ ਤੁਹਾਨੂੰ ਕਰਨਾ ਚਾਹੀਦਾ। ਮੈਂ ਤੇ ਖੁਦ ਧੰਨਵਾਦ ਕਰਦਾ ਹਾਂ ਸਾਂਝਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਜੈ ਹਿੰਦ ਜੀ। ਸਵਾਗਤ ਇਹਨਾਂ ਨੂੰ ਇਸ ਕਰਕੇ ਕਰਨਾ ਚਾਹੀਦਾ, ਅਸੀਂ ਇਹਨਾਂ ਦੇ ਦਫ਼ਤਰ 'ਚ ਆਏ ਹੋਏ ਹਾਂ। ਸਾਨੂੰ ਸਵਾਗਤ ਇਸ ਕਰਕੇ ਕਰਨਾ ਚਾਹੀਦਾ ਕਿ ਸਾਂਝਾ ਟੀਵੀ ਨੇ ਆਪਣਾ ਸਮਾਂ ਦਿੱਤਾ ਹੈ, ਬਹੁਤ ਕੀਮਤੀ। ਸੋ ਸਭ ਤੋਂ ਪਹਿਲਾਂ ਜੇ ਮੈਂ ਇਹੀ ਗੱਲ ਪੁੱਛਣੀ ਹੋਵੇ, ਜਿਵੇਂ ਮੈਂ ਭੂਮਿਕਾ ਦੇ ਵਿੱਚ ਇਹ ਗੱਲ ਕਹੀ ਹੈ, ਤੁਹਾਨੂੰ ਕੋਈ ਈਡੀ ਦਾ ਖਤਰਾ ਨਹੀਂ ਸੀ। ਆਮ ਤੌਰ 'ਤੇ ਆ ਕਿ ਕਾਂਗਰਸ ਵੀ ਇਹ ਕਹਿੰਦੀ ਕਿ ਜਿਨ੍ਹਾਂ ਨੂੰ ਈਡੀ ਦਾ ਖਤਰਾ ਸੀ ਉਹ ਕਾਂਗਰਸ ਬੀਜੇਪੀ ਚਲੇ ਗਏ। ਲੇਕਿਨ ਇੱਕ ਰਾਹੁਲ ਗਾਂਧੀ ਨੇ ਬੜੀ ਦਿਲਚਸਪ ਗੱਲ ਕਹੀ ਸੀ ਕਿ ਜਿਨ੍ਹਾਂ ਦੀ ਸੋਚ ਆਰਐਸਐਸ ਦੀ ਸੋਚ ਸੀ ਉਹ ਕਾਂਗਰਸ ਨੂੰ ਛੱਡ ਕੇ ਆਰਐਸਐਸ ਨਾਲ ਜਾ ਕੇ ਮਿਲ ਗਏ ਆ। ਤੁਹਾਡੀ ਰਾਜਨੀਤਿਕ ਸੋਚ ਹੁਣ ਕੀ ਹੈ? ਦੇਖੋ, ਮੈਂ ਇਹ ਮਹਿਸੂਸ ਕਰਦਾ ਹੈ ਕਿ ਇਹ ਗੱਲ ਗਲਤ ਆ ਕਿ ਇਹ ਕਹਿਣਾ ਕਿ ਤੁਹਾਨੂੰ ਕੋਈ ਈਡੀ ਦਾ ਡਰ ਨਹੀਂ ਸੀ, ਤੁਹਾਨੂੰ ਕੋਈ ਏਜੰਸੀ ਦਾ ਡਰ ਨਹੀਂ ਸੀ ਤੇ ਤੁਸੀਂ ਕਿਉਂ ਗਏ। ਤੇ ਭਾਈ ਜਿਹੜੇ ਸਾਰੇ ਬੀਜੇਪੀ ਦੇ ਵਿੱਚ ਹੈ ਉਹਨਾਂ ਨੂੰ ਕਿਸੇ ਨੂੰ ਈਡੀ ਦਾ ਡਰ ਕਰਕੇ ਥੋੜੀ ਆਏ ਹੈ, ਆਪਣੇ ਸਿਧਾਂਤਾਂ ਕਰਕੇ ਆਏ ਆ ਔਰ ਆਪਣੀ ਸੋਚ ਕਰਕੇ ਆਏ ਆ। ਔਰ ਮੈਂ ਤੁਹਾਨੂੰ ਇੱਕ ਗੱਲ ਬੜੀ ਸਪਸ਼ਟ ਕਹਿਣਾ ਚਾਹੁੰਦਾ ਕਿ ਜਿੱਥੋਂ ਤੱਕ ਸਵਾਲ ਇਸ ਗੱਲ ਦਾ ਹੈ ਕਿ ਮੇਰਾ ਕਾਂਗਰਸ ਨੂੰ ਛੱਡ ਕੇ ਤੇ ਬੀਜੇਪੀ 'ਚ ਸ਼ਾਮਲ ਹੋਣ ਦਾ ਕਾਰਨ, ਉਹਦੇ ਦੋ ਮੋਟੇ ਕਾਰਨ। ਪਹਿਲੀ ਗੱਲ ਤੇ ਇਹ ਹੈ ਕਿ ਭਾਈ ਕਾਂਗਰਸ ਪਾਰਟੀ ਜਦੋਂ ਸੋਨੀਆ ਗਾਂਧੀ ਤੱਕ ਸੀ ਉਦੋਂ ਤੱਕ ਕਾਂਗਰਸ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਸੀ। ਉਹਦੇ ਆਪਣੇ ਇੱਕ ਸਿਧਾਂਤ ਸੀ, ਆਪਣੇ ਪੈਰਾਮੀਟਰ ਸੀ ਕਿ ਉਹਦੇ ਮੁਤਾਬਕ ਉਹ ਲੋਕਾਂ ਦੇ ਭਲੇ ਦੀ ਗੱਲ ਕਰਦੇ। ਲੇਕਿਨ ਜਦੋਂ ਇਹ ਰਾਹੁਲ ਗਾਂਧੀ ਕਾਂਗਰਸ ਆ ਗਈ, ਇੰਡੀਅਨ ਨੈਸ਼ਨਲ ਕਾਂਗਰਸ ਨੂੰ ਖਤਮ ਕਰਨਾ ਚਾਹੁੰਦੇ ਆ ਤੇ ਉਹ ਰਾਹੁਲ ਗਾਂਧੀ ਕਾਂਗਰਸ ਬਣਾਉਣਾ ਚਾਹੁੰਦੇ। ਨਹੀਂ, ਰਾਹੁਲ ਗਾਂਧੀ ਤਾਂ ਨਹੀਂ, ਇਸ ਵੇਲੇ ਤਾਂ ਖੜਗੇ ਨੇ ਪ੍ਰਧਾਨ ਔਰ ਖੜਗੇ ਦਲਿਤ ਪਰਿਵਾਰ ਤੋਂ। ਨਹੀਂ, ਉਹ ਅਲੱਗ ਗੱਲ ਹੈ। ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਉਹ ਰਾਹੁਲ ਗਾਂਧੀ ਕਾਂਗਰਸ ਬਣਾਉਣਾ ਚਾਹੁੰਦੇ। ਉਹਦਾ ਕਾਰਨ ਕੀ ਹੈ ਕਿ ਬਈ ਜਿਹੜੀ ਸੰਸਥਾ, ਜਿਹੜੀ ਇੰਸਟੀਟਿਊਸ਼ਨ ਆਪਣੀ ਲਾਇਬ੍ਰੇਰੀ ਚੋਂ ਕਿਤਾਬਾਂ ਨੂੰ ਕੱਢ ਕੇ ਤੇ ਬਾਹਰ ਕੂੜੇ 'ਚ ਸੁੱਟ ਦੇ ਤੇ ਉਹਦਾ ਇਤਿਹਾਸ ਖਤਮ ਹੁੰਦਾ ਹੈ। ਇਹਨਾਂ ਨੇ ਜਿੰਨੇ ਵੀ ਸੀਨੀਅਰ ਲੀਡਰ ਸੀ, ਅੱਜ AICC 'ਚ ਜਾ ਕੇ ਝਾਤੀ ਮਾਰ ਕੇ ਦੇਖ ਲਓ ਬਈ ਮੇਰੇ ਵਰਗਾ ਬੰਦਾ ਜਿਹੜਾ AICC 'ਚ 10 ਸਾਲ ਕੱਟ ਕੇ ਆਇਆ ਹੋਵੇ ਤੇ ਉਹ ਦਿੱਲੀ ਰਹਿ ਕੇ ਆਇਆ ਹੋਵੇ ਤੇ ਅੱਜ ਮੈਂ ਜਾਣਾ ਤੇ ਕੋਈ ਜਾਣਨ ਵਾਲਾ ਨਹੀਂ, ਕੋਈ ਪਛਾਣਨ ਵਾਲਾ ਨਹੀਂ ਉੱਥੇ ਹੈਗਾ। ਔਰ ਉਸੇ ਗੱਲ ਦਾ ਕਾਰਨ ਹੈ, ਮੈਂ ਤੁਹਾਨੂੰ ਇਹ ਕਿਹਾ ਕਿ ਜਦੋਂ ਤੱਕ ਇੰਡੀਅਨ ਨੈਸ਼ਨਲ ਕਾਂਗਰਸ ਸੀ ਕਾਂਗਰਸ ਜਿੰਦਾ ਸੀ, ਜਦੋਂ ਰਾਹੁਲ ਗਾਂਧੀ ਕਾਂਗਰਸ ਆ ਗਈ ਉਦੋਂ ਕਾਂਗਰਸ ਦਾ ਨੁਕਸਾਨ ਹੋਣਾ। ਤੁਹਾਡੀ ਸਿਆਸੀ ਕਮਿਟਮੈਂਟ ਕੀ ਹੈ? ਮੇਰੀ ਸਿਆਸੀ ਕਮਿਟਮੈਂਟ ਹੈ ਕਿ ਮੈਂ ਬਾਬਾ ਸਾਹਿਬ ਅੰਬੇਦਕਰ ਦਾ ਫਾਲੋਅਰ ਹਾਂ, ਉਹਨੂੰ ਮੰਨਣ ਵਾਲਾ ਵਿਅਕਤੀ ਹੈ। ਔਰ ਮੇਰਾ ਬੀਜੇਪੀ 'ਚ ਆਉਣ ਦਾ ਦੂਸਰਾ ਮੋਟਾ ਕਾਰਨ ਇਹ ਹੈ ਕਿ ਜਿਹੜੇ ਬਾਬਾ ਸਾਹਿਬ ਅੰਬੇਦਕਰ ਦੀ ਆਈਡੀਓਲੋਜੀ ਨੂੰ, ਬਾਬਾ ਸਾਹਿਬ ਅੰਬੇਦਕਰ ਦੇ ਸਿਧਾਂਤ ਨੂੰ ਜੇ ਕਿਸੇ ਨੇ ਕੋਈ ਅੱਗੇ ਵਧਾਇਆ ਤੇ ਉਹ ਨਰਿੰਦਰ ਮੋਦੀ ਨੇ ਵਧਾਇਆ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬਣਾਇਆ। ਉਹਦਾ ਕਾਰਨ ਕੀ ਹੈ? ਕਾਰਨ ਸਿਰਫ ਇਸ ਗੱਲ ਦਾ ਹੈ
ਕਿ ਭਾਈ ਚਾਹੇ ਬਾਬਾ ਸਾਹਿਬ ਅੰਬੇਦਕਰ ਨੂੰ ਭਾਰਤ ਰਤਨ ਮਿਲਣਾ ਸੀ ਤੇ ਉਹ ਕਿੰਨੀ ਦੇਰ ਹੋਈ, ਲੇਕਿਨ ਇਹ ਕਾਂਗਰਸ ਦੇ ਰਾਜ 'ਚ ਨਹੀਂ ਮਿਲਿਆ। ਬਾਬਾ ਸਾਹਿਬ ਅੰਬੇਦਕਰ ਦੇ 5 ਤੀਰਥ ਕਿਨੇ ਬਣਾਏ? ਜਿਸ ਵਕਤ ਮੈਂ ਦੇਖਿਆ ਕਿ ਬਾਬਾ ਸਾਹਿਬ ਅੰਬੇਦਕਰ ਦੇ 5 ਤੀਰਥ ਤਾਂ ਬੀਜੇਪੀ ਨੇ ਬਣਾਏ ਹੈ। ਦੂਸਰੀ ਚੀਜ਼ ਇਹ ਹੈਗੀ ਸੀ ਕਿ ਮੈਂ ਦੇਖਿਆ ਬਈ ਜੇ ਨਰਿੰਦਰ ਮੋਦੀ ਨੇ ਰਾਮ ਮੰਦਿਰ ਬਣਾਇਆ ਤੇ ਰਾਮ ਨੂੰ ਮੰਨਣ ਵਾਲੇ ਸਭ ਲੋਕ ਇਹ ਨਰਿੰਦਰ ਮੋਦੀ ਦੇ ਨਾਲ ਜੁੜ ਗਏ, ਉਹਦੀ ਮਦਦ ਕਰਨ ਲੱਗੇ। ਤੇ ਮੈਂ ਕਿਹਾ ਯਾਰ ਜੇ ਬਾਬਾ ਸਾਹਿਬ ਅੰਬੇਦਕਰ ਨੂੰ ਮੰਨਣ ਵਾਲੇ ਲੋਕ ਜਿਨ੍ਹਾਂ ਦੇ ਉਹਨੇ 5 ਤੀਰਥ ਬਣਾਏ ਹੈ, ਜੇ ਬਾਬਾ ਸਾਹਿਬ ਅੰਬੇਦਕਰ ਨੂੰ ਉਹਨਾਂ ਨੇ ਇੱਜ਼ਤ ਦਿੱਤੀ ਹੈ ਤੇ ਮੇਰਾ ਫੈਸਲਾ ਕਰ ਲਿਆ ਕਿ ਮੈਂ ਮੋਦੀ ਨੂੰ ਇੱਜ਼ਤ ਕਰਦਾ। ਬਾਬਾ ਸਾਹਿਬ ਅੰਬੇਦਕਰ ਨੂੰ ਕੌਣ ਮੰਨਦੇ ਹੋ, ਕੌਣ ਲੋਕ ਨੇ? ਬਾਬਾ ਸਾਹਿਬ ਅੰਬੇਦਕਰ ਨੂੰ ਹਰ ਹਿੰਦੁਸਤਾਨੀ ਉਹ ਮੰਨਦਾ ਹੈ ਜਿਹਨੂੰ ਸੰਵਿਧਾਨ ਤੇ ਦੇਸ਼ ਨਾਲ ਪਿਆਰ ਹੈ, ਉਹ ਬਾਬਾ ਸਾਹਿਬ ਨਹੀਂ, ਅੰਬੇਦਕਰ। ਤੁਸੀਂ ਜਿਸ ਗੱਲ ਤੇ ਜ਼ੋਰ ਦੇ ਰਹੇ ਹੋ, ਜੇ ਆਪਾਂ ਇਹ ਗੱਲ ਕਰੀਏ ਕਿ ਜਿਹੜਾ ਦਲਿਤ ਭਾਈਚਾਰਾ ਹੈ ਉਹਨਾਂ ਦੇ ਵਿੱਚੋਂ ਉਹ ਸੀਗੇ, ਜੇ ਤੁਹਾਡਾ ਮੰਤਵ ਇਹ ਆ ਤਾਂ ਦਲਿਤ ਤਾਂ ਭਾਰਤੀ ਜਨਤਾ ਪਾਰਟੀ ਤੋਂ ਤੇ RSS ਤੋਂ ਡਰੇ ਹੋਏ ਆ। ਦਲਿਤਾਂ ਨੂੰ ਤਾਂ ਇੰਨਾ ਕੁੱਟਿਆ ਗਿਆ, ਇੰਨਾ ਤੰਗ ਕੀਤਾ ਗਿਆ, ਇਹਨਾਂ ਦੀ ਸਰਕਾਰ ਆਉਂਦੇ ਹੀ ਉਹਨਾਂ ਦੇ ਕਿੱਤੇ ਖੋਹ ਲਏ ਗਏ। ਦੇਖੋ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਕੁਝ ਭਰਮ ਭੁਲੇਖੇ ਪਾਏ ਗਏ। ਨਹੀਂ, ਸ਼ਰੇਆਮ ਮੈਂ ਦੱਸ ਰਿਹਾ, ਵੀਡੀਓ ਦੇਖੇ ਆ, ਮੈਂ ਦੱਸਣਾ ਹੈ ਟੈਲੀਵਿਜ਼ਨਾਂ ਤੇ ਜ਼ਿੰਮੇਵਾਰੀ ਨਾਲ ਰਿਪੋਰਟਿੰਗ ਹੋਈ। ਮੈਂ ਗੱਲ ਕਹਿਣਾ ਕਿ ਆਪਾਂ ਉਹ ਕਿਹੜਾ ਬੀਜੇਪੀ ਦਾ ਲੀਡਰ ਮੈਨੂੰ ਦਿਖਾ ਦਿਓ ਇੱਕ ਨਾ ਕਿ ਬੀਜੇਪੀ ਦੇ ਲੀਡਰ ਨੇ ਦਲਿਤ ਦੇ ਨਾਲ ਜ਼ੁਲਮ ਕੀਤਾ ਸੀ, ਜਾਂ ਇਹ ਦੱਸ ਦਿਓ। ਇਹ ਕਹਿਣਾ ਕਿ ਕਿਸੇ ਧਰਮ ਦੇ ਨਾਲ ਕਹੋ ਨਾ। ਬੀਜੇਪੀ ਦੀ ਇਸ ਕਰਕੇ ਆਲੋਚਨਾ ਹੋ ਰਹੀ ਹੈ ਕਿ ਬੀਜੇਪੀ ਦੀ ਜਿੱਥੇ ਤੇ ਸਰਕਾਰ ਹੈ ਉੱਥੇ ਜ਼ੁਲਮ ਹੋਇਆ ਔਰ ਉਹਨਾਂ ਸਰਕਾਰਾਂ ਨੇ ਕਾਰਵਾਈ ਨਹੀਂ ਕੀਤੀ ਜ਼ਾਲਮਾਂ ਦੇ ਖਿਲਾਫ। ਨਹੀਂ, ਮੇਰੇ ਤੁਹਾਨੂੰ ਇਹ ਗੱਲ ਦੱਸਣਾ ਕਿ ਇਦਾਂ ਦੀ ਗੱਲ ਨਹੀਂ ਹੈ। ਕੁਝ ਵਿਅਕਤੀਆਂ ਵੱਲੋਂ ਉਹ ਇਹ ਚੀਜ਼ਾਂ ਹੁੰਦੀਆਂ, ਲੇਕਿਨ ਜੇ ਆਪਾਂ ਇਹ ਕਹੀਏ ਕਿ ਜਿਹੜੀ ਲੀਡਰਸ਼ਿਪ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਇਹ ਗਰੀਬਾਂ ਦੇ ਪ੍ਰਤੀ ਬਿਲਕੁਲ ਵਾਜਬ ਔਰ ਠੀਕ ਹੈ। ਅਮਿਤ ਸ਼ਾਹ ਦੀ ਸੋਚ ਔਰ ਨੱਡਾ ਜੀ ਦੀ ਸੋਚ, ਇਹ ਦਲਿਤ ਵਿਰੋਧੀ ਸੋਚ ਇਹਨਾਂ ਦੀ ਨਹੀਂ ਹੈ। ਇਹਨਾਂ ਦੀ ਮੈਂ ਲਿਖ ਕੇ ਦੇ। ਤੁਸੀਂ ਸਮਾਜਵਾਦੀ ਸੋਚ ਨੂੰ ਬਿਲੋਂਗ ਕਰਦੇ ਸੀ, ਤੁਸੀਂ ਸਾਰੀ ਉਮਰ ਸਮਾਜਵਾਦ ਦੀ ਸਿਆਸੀ ਵਿਚਾਰਧਾਰਾ ਤੇ ਪਹਿਰਾ ਦਿੱਤਾ ਹੈ। ਅਚਾਨਕ ਤੁਸੀਂ ਇੱਕ ਕਮਿਊਨਲ ਪਾਰਟੀ ਜਿਹਦੇ ਤੇ ਦੋਸ਼ ਆ ਕਿ ਇਹ ਪਾਰਟੀ ਜਿਹੜੀ ਹੈਗੀ ਹੈ ਇਹ ਸੰਪਰਦਾਇਕਤਾ ਫੈਲਾਉਣ ਵਾਲੀ ਪਾਰਟੀ ਹੈ, ਇਹਦੀ ਵਿਚਾਰਧਾਰਾ ਨੁਕਸਾਨਦੇਹ ਦੇਸ਼ ਲਈ, ਤੁਸੀਂ ਜਾ ਕੇ ਉਹਨੂੰ ਅਪਣਾ ਲਿਆ। ਤੁਹਾਡੀ ਕਿਵੇਂ ਆਤਮਾ ਮੰਨੀ ਕਿ ਇੱਕ ਸਿਧਾਂਤ ਨੂੰ ਛੱਡ ਕੇ ਇਸ ਸਿਧਾਂਤ ਦੇ ਵਿੱਚ ਕੁਝ? ਦੇਖੋ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਹੈ ਜੀ। ਮੈਂ ਤੁਹਾਨੂੰ ਇੱਕ ਗੱਲ ਕਹੀ ਹੈ ਕਿ ਜਿਹੜਾ ਦਲਿਤ ਸਮਾਜ ਹੈ ਉਹ ਬਾਬਾ ਸਾਹਿਬ ਅੰਬੇਦਕਰ ਨੂੰ ਆਪਣਾ ਰੱਬ ਮੰਨਦਾ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਕਹੀ ਹੈ ਕਿ ਬਾਬਾ ਸਾਹਿਬ ਅੰਬੇਦਕਰ ਨੂੰ ਭਾਈ ਜਿਹੜੀਆਂ ਪਾਰਟੀਆਂ ਨੂੰ ਤੁਸੀਂ ਕਹਿੰਦੇ ਹੋ ਕਿ ਦਲਿਤ ਦੇ ਪੱਖ ਦੇ ਵਿੱਚ ਹੈ, ਉਹਨਾਂ ਬਾਬਾ ਸਾਹਿਬ ਅੰਬੇਦਕਰ ਦਾ ਕੀ ਹਾਲ ਕੀਤਾ ਔਰ ਬਾਬਾ ਸਾਹਿਬ ਅੰਬੇਦਕਰ ਨੂੰ ਕੀ ਇੱਜ਼ਤ ਦਿੱਤੀ ਉਹਨਾਂ ਨੇ। ਲੇਕਿਨ ਜੇ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਰਾਮ ਨੂੰ ਮੰਨਣ ਵਾਲੇ ਵਿਅਕਤੀ ਰਾਮ ਮੰਦਿਰ ਬਣਨ ਤੇ ਜੇਕਰ ਨਰਿੰਦਰ ਮੋਦੀ ਦੇ ਨਾਲ ਆ ਸਕਦੇ ਆ ਤੇ ਬਾਬਾ ਸਾਹਿਬ ਅੰਬੇਦਕਰ ਦੇ 5 ਤੀਰਥ ਬਣਨ ਤੇ ਦਲਿਤ ਸਮਾਜ ਕਿਉਂ ਨਹੀਂ ਨਾਲ ਆ ਸਕਦਾ? ਕਿੰਨਾ ਚਿਰ ਪੱਤਾ ਚੱਲੇਗਾ ਰਾਮ ਪੱਤਾ? ਦੇਖੋ ਮੈਂ ਤੁਹਾਨੂੰ ਇਹ ਕੱਲ ਰਾਮ ਪੱਤੇ ਦੀ ਗੱਲ ਨਹੀਂ, ਅੱਜ ਦੇਸ਼ ਨੂੰ ਇਕੱਠਿਆ ਰੱਖਣ ਦੀ ਲੋੜ ਹੈ। ਅੱਜ ਮੈਨੂੰ ਦੱਸੋ ਪੂਰੇ ਦੁਨੀਆ ਦੇ ਅੰਦਰ ਨਹੀਂ, ਸਾਰੇ ਜਿਹੜੇ ਦੂਸਰੇ ਧਰਮਾਂ ਨੂੰ ਮੰਨਦੇ ਆ ਉਹ ਰਾਮ ਦੇ ਨਾਂ ਤੇ ਕਿਵੇਂ ਇਕੱਠੇ ਹੋਣਗੇ? ਦੇਖੋ ਮੈਂ ਤੇ ਨਹੀਂ ਕਹਿ ਰਿਹਾ ਕਿ ਰਾਮ ਦੇ ਨਾਂ ਤੇ ਇਕੱਠੇ ਹੋ ਜਾਓ, ਮੈਂ ਤੇ ਕਹਿ ਰਿਹਾ ਕਿ ਆਪਣੇ ਆਪਣੇ ਧਰਮ ਦੇ ਵਿੱਚ ਰਾਜੀ ਖੁਸ਼ੀ ਰਹੋ ਬਈ, ਚੰਗੇ ਰਹੋ। ਮੈਂ ਤੇ ਨਹੀਂ ਇਹ ਕਦੀ ਵੀ ਕਿਸੇ ਨੂੰ ਕਹਿੰਦਾ ਨਾ ਮੈਂ ਇਸ ਗੱਲ ਇਹ ਆਈਡੀਓਲੋਜੀ ਨੂੰ ਮੰਨਣ ਵਾਲਾ ਆਦਮੀ ਹਾਂ। ਕਿਉਂਕਿ ਦੇਖੋ ਇੱਕ ਬੜੀ ਮੈਂ ਰਾਹੁਲ ਗਾਂਧੀ ਦੀ ਤੁਸੀਂ ਗੱਲ ਕੀਤੀ ਹੈ, ਰਾਹੁਲ ਗਾਂਧੀ ਨੇ ਉਸ ਮੁੱਦੇ ਨੂੰ ਚੁੱਕਿਆ ਜਿਹੜੇ ਮੁੱਦੇ ਨੂੰ ਚੁੱਕਣ ਤੋਂ ਬਾਕੀ ਡਰਦੇ ਸੀ, ਕਿਉਂਕਿ ਕਿਤੇ ਨਾ ਕਿਤੇ ਹਰੇਕ ਮਨ 'ਚ ਚੋਰ ਆ ਸਿਆਸੀ ਲੋਕਾਂ ਦੇ, ਜਿਹਦੇ ਤੋਂ ਤੁਹਾਡੇ ਤੇ ਅੱਜ ਤੱਕ ਐਲੀਗੇਸ਼ਨ ਨਹੀਂ ਲੱਗੇ। ਮੈਂ ਪਹਿਲਾਂ ਕਲੀਅਰ ਕਰ ਚੁੱਕਿਆ ਹਾਂ। ਤੁਸੀਂ ED ਤੋਂ ਡਰ ਕੇ ਨਹੀਂ ਆਏ, ਤੁਸੀਂ ਜਿਹੜੇ ਕਾਰਨਾਂ ਕਰਕੇ ਆਏ, ਥੋੜਾ ਜਿਹਾ ਬਾਅਦ 'ਚ ਮੈਂ ਪੁੱਛਾਂਗਾ ਬੀਜੇਪੀ 'ਚ ਕਿਉਂ ਤੁਸੀਂ ਆਏ। ਤੋਂ ਰਾਹੁਲ ਗਾਂਧੀ ਨੇ ਅਡਾਨੀ ਵਾਲੇ ਮਾਮਲੇ ਨੂੰ ਚੁੱਕਿਆ। ਅਡਾਨੀ ਦੇ ਮਾਮਲੇ ਨੂੰ ਰੋਕਣ ਵਾਸਤੇ ਭਾਰਤੀ ਜਨਤਾ ਪਾਰਟੀ ਨੇ ਬਹੁਤ ਯਤਨ ਕੀਤਾ, ਅਦਾਲਤਾਂ ਤੱਕ ਗੱਲ ਗਈ ਆ, ਲੇਕਿਨ ਬਹੁਤ ਲੋਕਾਂ 'ਚ ਡਰ ਸੀ। ਲੇਕਿਨ ਰਾਹੁਲ ਗਾਂਧੀ ਡਰੇ ਨਹੀਂ ਕਿ ਇਸ ਤਰ੍ਹਾਂ ਦਾ ਲੀਡਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈ। ਲੋਕਾਂ ਦੀ ਐਕਸੈਪਟੇਬਿਲਟੀ ਤੋਂ ਪਤਾ ਲੱਗਦਾ ਹੈ। ਲੋਕਤੰਤਰ ਦੇ ਅੰਦਰ ਲੋਕ ਮਾਲਕ ਹੁੰਦੇ ਆ, ਜਿਹਨੂੰ ਲੋਕ ਐਕਸੈਪਟ ਕਰਨ, ਜਿਹਨੂੰ ਲੋਕ ਮੰਨਣ, ਉਹ ਠੀਕ ਔਰ ਉਹ ਲੀਡਰ ਹੁੰਦਾ ਹੈ। ਰਾਮ ਔਰ ਰਾਵਣ ਦੇ ਵਿੱਚ ਦੋਨਾਂ ਦੇ ਅੰਦਰ ਪੂਰੀ ਕਾਬਲੀਅਤ ਔਰ ਪੂਰੀ ਭਗਤੀ ਸੀਗੀ, ਠੀਕ ਹੈ। ਲੇਕਿਨ ਦੇਖਣ ਵਾਲੀ ਗੱਲ ਸਿਰਫ ਇੰਨੀ ਹੈ ਕਿ ਬਈ ਇਹ ਜਿਹੜੀ ਰਾਮ ਔਰ ਰਾਵਣ ਦੇ ਦਰਮਿਆਨ ਜਿਹੜਾ ਯੁੱਧ ਹੋਇਆ ਉਹ ਜਿੱਤਿਆ ਕਿ ਨਹੀਂ। ਮੈਂ ਇੱਕ ਮੁਆਫੀ ਚਾਹ ਕੇ ਤੁਹਾਨੂੰ ਸਵਾਲ ਕਰ ਲਾਂ? ਕਰੋ।
ਭੇਡ ਸੋਚ 'ਚ ਤੇ ਮਨੁੱਖ ਦੀ ਸੋਚ 'ਚ ਕਿੰਨਾ ਕੁ ਫਰਕ ਹੁੰਦਾ ਹੈ? ਮੈਂ ਤੁਹਾਨੂੰ ਇਹ ਗੱਲ ਕਹੀ ਆ ਕਿ ਮੈਂ ਮਨੁੱਖਤਾ ਦੀ ਹੀ ਗੱਲ ਕਰਦਾ ਹਾਂ। ਔਰ ਮੈਂ ਤੁਹਾਨੂੰ ਇੱਕ ਗੱਲ ਲਿਖ ਕੇ ਦੇ ਦੇਵਾਂ, ਇੱਕ ਟਾਈਮ ਦੂਰ ਨਹੀਂ ਕਿ ਜਦੋਂ ਜੇਕਰ ਸਾਂਝੀ ਵਾਰਤਾ ਦੀ ਤੁਸੀਂ ਗੱਲ ਕਰੋਗੇ ਬਈ, ਜੇਕਰ ਮੈਂ ਤੁਹਾਨੂੰ ਇਹ ਗੱਲ ਕਹਾਂ, ਅੱਜ ਮੈਂ ਪੰਜਾਬ 'ਚ ਬੈਠਾ, ਮੈਂ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕੀਤੀ ਹੈ, ਮੈਂ ਗੁਰੂਆਂ ਦੀ ਵੀ ਗੱਲ ਕਰਦਾ ਹਾਂ। ਗੁਰੂਆਂ ਵਾਸਤੇ ਜਿੰਨਾ ਉਪਰਾਲਾ, ਉਹਨਾਂ ਨੂੰ ਇੱਜ਼ਤ ਦੇਣ ਵਾਸਤੇ, ਉਹਨਾਂ ਦੀ ਭਗਤੀ ਨੂੰ ਅੱਗੇ ਵਧਾਉਣ ਵਾਸਤੇ ਜਿੰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ, ਕਿੰਨੇ ਕੀਤਾ, ਮੈਨੂੰ ਉਹ ਵੀ ਦਿਖਾ ਦਿਓ। ਕੀ ਕੀਤਾ ਹੈ? ਬਈ ਗੱਲ ਇਹ ਆ ਜਿਹੜੇ ਜਿੱਥੇ ਤੀਰਥ ਯਾਤਰਾ ਕਰਨ ਜਾ ਰਹੇ ਹੋ ਤੁਸੀਂ, ਜਿਹੜੀ ਖਾਨ ਲਈ ਕੀ ਕੀਤਾ ਹੈ? ਦਲਤਾਂ ਦੇ ਉਤਥਾਨ ਕਿਹੜੇ ਪ੍ਰੋਗਰਾਮ ਨੇ ਬੀਜੇਪੀ ਦੇ ਕੋਲ? ਪਹਿਲੀ ਗੱਲ ਹੈ 2 ਲੱਖ ਕਰੋੜ ਰੁਪਈਆ ਹੁਣੇ ਸੈਕਸ਼ਨ ਕੀਤਾ ਹੈ ਕਿ ਜਿਹੜੇ ਲੋਕ ਆਪਣਾ ਕਿੱਤਾ ਕਰਨਾ ਚਾਹੁੰਦੇ ਆ, ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ, 1 ਕਰੋੜ ਰੁਪਏ ਤੱਕ ਦੀ ਵਿਦਆਊਟ ਗਾਰੰਟੀ ਜਿਹੜੀ ਹੈ। ਰਿਜ਼ਰਵੇਸ਼ਨ ਦੇ ਖਿਲਾਫ ਕਿਹੜੀ ਪਾਰਟੀ ਹੈ? ਰਿਜ਼ਰਵੇਸ਼ਨ ਦੇ ਖਿਲਾਫ ਬੀਜੇਪੀ ਨਹੀਂ ਹੈ। ਬੀਜੇਪੀ ਹੈ। ਮੈਂ ਤੁਹਾਨੂੰ ਇੱਕ ਗੱਲ ਕਹਾਂ, ਬੀਜੇਪੀ ਬਿਲਕੁਲ ਨਹੀਂ। ਰਿਜ਼ਰਵੇਸ਼ਨ ਘਟਾਈ ਹੈ ਬੀਜੇਪੀ ਨੇ ਅਦਾਲਤ ਤੱਕ ਕੇਸ ਪਹੁੰਚਾਇਆ ਹੈ। ਮੈਂ ਇਹ ਗੱਲ ਮੰਨਣ ਲਈ ਤਿਆਰ ਨਹੀਂ ਹੈ। ਮੈਂ ਤੁਹਾਨੂੰ ਇਹ ਗੱਲ ਕਹਿਣ ਲਈ ਤਿਆਰ ਹਾਂ, ਇਹ ਸਿਰਫ ਅਫਵਾਹਾਂ ਫੈਲਾਈਆਂ ਗਈਆਂ ਸੀ, ਇਹ ਸਿਰਫ ਡਰ ਫੈਲਾਇਆ ਗਿਆ ਸੀ। ਉਹ ਡਰ ਲਾ ਕੇ ਦਲਿਤਾਂ ਨੂੰ, ਮਿਨੋਰਟੀ ਨੂੰ ਇਹ ਕਹਿਣਾ ਕਿ ਇਹ ਸਿੱਖ ਵਿਰੋਧੀ ਹੈ, ਇਹ ਦਲਿਤ ਵਿਰੋਧੀ ਹੈ, ਪੰਜਾਬ ਵਿਰੋਧੀ ਹੈ, ਇਹ ਸੰਵਿਧਾਨ ਵਿਰੋਧੀ ਹੈ, ਤੇ ਉਹਨਾਂ ਨੂੰ ਡਰ ਪਾ ਕੇ ਤੇ ਇਕੱਠਿਆ ਕੀ ਕਰਦੇ ਸੀ ਨਾ ਆਪਣੇ ਕੋਲ। ਰਾਜ ਕੁਮਾਰ ਵੇਰਕਾ ਇੱਕ ਬਹੁਤ ਵੱਡੇ ਲੀਡਰ ਨੇ ਪੰਜਾਬ ਦੇ। ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਹਸਤਾਖਰ ਹੈ ਰਾਜ ਕੁਮਾਰ ਵੇਰਕਾ। ਜਦੋਂ ਰਾਜ ਕੁਮਾਰ ਵੇਰਕਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਉਂਦੇ ਆ ਤਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੁਹਾਡੀ ਕੱਦ ਕਾਠੀ ਦਾ ਲੀਡਰ ਇਸ ਵੇਲੇ ਹੈ ਨਹੀਂ, ਜਿਹੜਾ ਕਿ ਭਾਰਤੀ ਜਨਤਾ ਪਾਰਟੀ ਨਾਲ ਸ਼ੁਰੂ ਤੋਂ ਜੁੜਿਆ ਹੋਇਆ, ਉਸ ਵਿਚਾਰਧਾਰਾ ਨਾਲ ਚੱਲਦਾ ਆ ਰਿਹਾ ਹੋਵੇ। ਤੁਹਾਡੀ ਕੱਦ ਕਾਠੀ ਦਾ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਕੋਲੇ ਪੰਜਾਬ 'ਚ ਲੀਡਰ ਨਹੀਂ ਹੈ। ਪਰ ਤੁਹਾਨੂੰ ਕਾਂਗਰਸ ਤੋਂ ਬਾਹਰ ਆ ਕੇ ਭਾਰਤੀ ਜਨਤਾ ਪਾਰਟੀ ਦੇ ਤੁਹਾਡੇ ਤੋਂ ਛੋਟੇ ਜਿਹੜੇ ਲੀਡਰ ਆ, ਉਹਨਾਂ ਨੂੰ ਵੀ ਸਲੂਟ ਕਰਨੇ ਪੈ ਰਿਹਾ, ਮੈਨੂੰ ਇੱਥੇ ਤੱਕ ਪਤਾ ਲੱਗਿਆ। ਦੇਖੋ, ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ, ਪਹਿਲੀ ਗੱਲ ਤੇ ਮੈਂ ਸਲੂਟ ਤੇ ਕਿਸੇ ਨੂੰ ਕੀਤਾ ਕਦੇ ਨਹੀਂ ਭਾਈ, ਨਾ ਮੈਂ ਕਿਸੇ ਕੋਰੀਡੋਰ 'ਚ ਬੈਠਾ, ਮੈਨੂੰ ਆਂਦਾ ਨਹੀਂ, ਮੈਂ ਸਿੱਖਿਆ ਨਹੀਂ। ਮੈਂ ਤਾਂ ਤੁਹਾਨੂੰ ਕਿਹਾ ਕਿ ਬਾਬਾ ਸਾਹਿਬ ਦੀ ਕੌਮ 'ਚੋਂ ਆ ਤੇ ਖੁਦਾਰੀ ਨਾਲ ਜ਼ਿੰਦਗੀ ਬਸਰ ਕੀਤੀ ਹੈ, ਉਦਾਂ ਹੀ ਬਸਰ ਪਰ ਇੱਕ ਉਮੀਦ ਸੀ ਤੁਹਾਨੂੰ, ਇਹ ਕਿਸੇ ਨਾ ਕਿਸੇ ਨੈਸ਼ਨਲ ਬੋਰਡ ਦਾ ਚੇਅਰਮੈਨ ਬਣਾਉਣਗੇ। ਮੈਨੂੰ ਇਸ ਤਰ੍ਹਾਂ ਮੇਰੇ ਕੋਲ ਖਬਰਾਂ ਸੀ, ਤੁਸੀਂ ਯਤਨ ਵੀ ਕੀਤੇ ਆ, ਕਿਉਂ ਨਹੀਂ ਬੀਜੇਪੀ ਨੇ ਕੰਸੀਡਰ? ਪਹਿਲੀ ਗੱਲ ਹੈ, ਨਾ ਮੈਂ ਕੋਈ ਯਤਨ ਕੀਤਾ, ਨਾ ਮੇਰੀ ਕੋਈ ਮੰਗ ਸੀ, ਨਾ ਮੈਂ ਗੱਲ ਕਹਿ ਕੇ ਆਇਆ। ਇਹ ਗੱਲ ਕਹਿ ਕੇ ਆਇਆ ਸੀ ਮੈਂ ਕਿ ਮੈਂ ਬੀਜੇਪੀ ਦੇ ਵਿੱਚ ਆਇਆ ਤੇ ਸਭ ਤੋਂ ਪਿਛਲੀ ਕਤਾਰ ਦੇ ਵਰਕਰ ਦੇ ਤੌਰ ਤੇ ਸ਼ਾਮਲ ਹੋਇਆ। ਇਹ ਗੱਲ ਸੱਚ ਆ। ਔਰ ਦੂਸਰੀ ਮੈਂ ਤੁਹਾਨੂੰ ਇਹ ਗੱਲ ਕਹਾਂ, ਅੱਜ ਤੱਕ ਮੈਂ ਕੰਮ ਕਰ ਰਿਹਾ ਔਰ ਮੈਂ ਤੁਹਾਨੂੰ ਇਹ ਗੱਲ ਕਹਾਂ ਵੀ ਕਾਂਗਰਸ ਪਾਰਟੀ ਦਾ ਤੁਸੀਂ ਮੈਨੂੰ ਪੁੱਛਿਆ, ਕਾਂਗਰਸ ਪਾਰਟੀ ਦੇ ਅੰਦਰ ਇੱਕ ਦੂਸਰੇ ਦੇ ਕੱਪੜੇ ਪਾੜਨ ਲੱਗ ਗਏ, ਇੱਕ ਦੂਸਰੇ ਨੂੰ ਕੋਈ ਬਰਦਾਸ਼ਤ ਨਹੀਂ ਸੀ ਕਰ ਰਿਹਾ, ਤੇ ਮੇਰੇ ਵਰਗਾ ਸ਼ਰੀਫ ਆਦਮੀ ਕਰੇਗੀ ਫਿਰ? ਮੈਨੂੰ ਦੱਸ ਦਿਓ ਨਾ ਵੀ ਜਿੱਥੇ ਬਰਦਾਸ਼ਤ ਹੀ ਨਹੀਂ ਕਿਸੇ ਨੂੰ ਕਰਨਾ, ਇੱਕ ਦੂਸਰੇ ਦੇ ਕੱਪੜੇ ਪਾੜ ਰਹੇ। ਅੱਜ ਮੈਂ ਤੁਹਾਨੂੰ ਇਹ ਕਿਹਾ ਕਿ ਕਿਉਂ ਜੁੜਦੇ ਪਏ ਆ ਸਭ ਲੋਕ ਬੀਜੇਪੀ ਨਾਲ, ਇਹ ਆਪਣੇ ਗਿਰੇਬਾਨ 'ਚ ਵੀ ਝਾਤੀ ਮਾਰ ਕੇ ਦੇਖਣੀ ਚਾਹੀਦੀ ਹੈ ਨਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਛੋਟੀ ਜੀ, ਮੈਂ ਇਹ ਕਈ ਵਾਰੀ ਇਹ ਜਦੋਂ ਇਹ ਸਟਾਰਟ ਹੋਈ ਨਾ ਗੱਲ ਕਿ ਮੈਂ ਬੀਜੇਪੀ 'ਚ ਚੱਲਿਆ, ਮੇਰੇ ਮਨ 'ਚ ਅੰਦਰ ਇੱਕ ਚੀਜ਼ ਆਈ ਸੀ। ਮੈਂ ਇਹ ਗੱਲ ਮਨ 'ਚ ਬਿਠਾ ਲਈ ਜਿਹਨੂੰ ਕਹਿੰਦੇ ਨੇ ਕਿ हर चीज नहीं है मरकज में, कुछ रोज इधर कुछ रोज उधर, दुश्मन को ना देखो नफरत से, शायद मोहब्बत कर बैठे। वाह वाह वाह। और ये मोहब्बत दा पैगाम जिहड़ा है आन प्रधान दलितां और तुसी को बीजेपी आरएसएस ਦੇ ਦਰਮਿਆਨ ਇਹ ਹੋਏਗਾ ਔਰ ਇਹ ਸਾਰੇ ਇਕੱਠੇ ਹੋਣਗੇ। ਪਰ ਇੱਕ ਗੱਲ ਹੈ ਕਿ ਤੁਸੀਂ ਪੰਜਾਬ ਲਈ ਲੜੇ ਹੋ ਸਾਰੀ ਉਮਰ, ਪੰਜਾਬ ਲਈ ਰਾਜਨੀਤੀ ਕੀਤੀ ਹੈ। ਪੰਜਾਬ ਦੇ ਹਿੱਤਾਂ ਦੀ ਗੱਲ ਕਰੀਏ ਤਾਂ ਬੀਜੇਪੀ ਕੋਹਾਂ ਦੂਰ ਹੈ ਪੰਜਾਬ ਦੇ ਹਿੱਤਾਂ ਤੋਂ। ਹਾਲ ਹੀ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਜਿਹੜੀਆਂ ਪੰਜਾਬ ਵਿਰੋਧੀ ਨੇ ਔਰ ਬੀਜੇਪੀ ਨੇ ਉਹਦੇ ਵਿੱਚ ਬਕਾਇਦਾ ਤੌਰ ਤੇ ਕੇਂਦਰ ਦੀ ਸਰਕਾਰ ਦੀ ਆਪਾਂ ਗੱਲ ਕਰੀਏ, ਕੁਝ ਇਸ ਤਰ੍ਹਾਂ ਦੇ ਫੈਸਲੇ ਕੀਤੇ ਜਿਹੜੇ ਬਿਲਕੁਲ ਹੀ ਪੰਜਾਬ ਵਿਰੋਧੀ ਸੀ। ਮਿਸਾਲ ਦੇ ਤੌਰ ਤੇ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ, ਉਹਦੇ ਵਿੱਚੋਂ ਪੰਜਾਬ ਦੀ ਜਿਹੜੀ ਚੇਅਰਮੈਨੀ ਹੈ ਉਹ ਖਤਮ ਕਰਨੀ। ਚੰਡੀਗੜ੍ਹ ਦੇ ਵਿੱਚ ਵਾਰ-ਵਾਰ ਜਿਹੜਾ ਹੈ ਹਰਿਆਣੇ ਦਾ ਦਖਲ, ਜਿਵੇਂ ਕਿ ਹਰਿਆਣੇ ਨੇ ਬਜਟ ਦੇ ਵਿੱਚ, ਹਾਲੀਆ ਬਜਟ ਦੇ ਵਿੱਚ ਜਿਹੜਾ ਹੁਣ ਪਾਸ ਕੀਤਾ ਆ, ਉਹਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਲਈ ਬਜਟ ਰੱਖਿਆ ਆ ਔਰ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਨੇ ਸਹਿਮਤੀ ਪ੍ਰਗਟਾਈ ਸੀ ਕਿ ਤੁਸੀਂ ਉਹਨਾਂ ਨੂੰ ਬਣਾਉਣ ਦੀ ਇਜਾਜ਼ਤ ਦਿੱਤੀ ਸੀ ਚੰਡੀਗੜ੍ਹ ਦੇ ਵਿੱਚ ਰਾਜਧਾਨੀ, ਜਦ ਕਿ ਪੰਜਾਬ ਦੀ ਰਾਜਧਾਨੀ ਹੈ ਔਰ ਹਰਿਆਣੇ ਦੀ ਰਾਜਧਾਨੀ ਇਹ ਪਰਮਾਨੈਂਟ ਨਹੀਂ ਹੈ। ਆਪਾਂ ਜਾਣਦੇ ਹਾਂ, ਤੁਸੀਂ ਸਾਰੀ ਉਮਰ ਕਹਿੰਦੇ ਰਹੇ ਖੁਦ ਵੀ, ਟੈਂਪਰੇਰੀ ਰਾਜਧਾਨੀ ਨਹੀਂ ਦਿੱਤੀ ਗਈ ਸੀ ਹਰਿਆਣੇ ਨੂੰ। ਇਸੇ ਤਰ੍ਹਾਂ ਪਾਣੀਆਂ ਦੇ ਮਾਮਲੇ ਦੇ ਵਿੱਚ ਵੀ ਜਿਹੜੀ ਹੈ ਕੇਂਦਰ ਸਰਕਾਰ
ਹਰਿਆਣੇ ਦੇ ਹੱਕ ਵਿੱਚ ਕਿਤੇ ਨਾ ਕਿਤੇ ਭੁਗਤਦੀ ਨਜ਼ਰ ਆ ਰਹੀ ਹੈ। ਤਾਂ ਇਹ ਜਿਹੜੇ ਸਾਰੇ ਮਾਮਲੇ ਆ, ਇਹਨਾਂ ਮਾਮਲਿਆਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਪਹਿਲੀ ਗੱਲ ਇਹ ਆ ਕਿ ਪੰਜਾਬ ਬੀਜੇਪੀ ਦੇ ਹੁੰਦਿਆਂ ਸਾਡਾ ਬੜਾ ਸਿੱਧਾ ਸਟੈਂਡ ਹੈ। ਪਾਣੀਆਂ ਦੇ ਮਾਮਲੇ ਦੇ ਅੰਦਰ ਅਸੀਂ ਪੰਜਾਬ ਦੇ ਨਾਲ ਖੜੇ ਹਾਂ, ਚੰਡੀਗੜ੍ਹ ਦੇ ਮਾਮਲੇ ਦੇ ਅੰਦਰ ਅਸੀਂ ਪੰਜਾਬ ਦੇ ਨਾਲ ਖੜੇ ਹਾਂ, ਬੇਅਦਬੀਆਂ ਦੇ ਮਾਮਲੇ ਦੇ ਅੰਦਰ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ। ਤੇ ਬੀਜੇਪੀ ਦੇ ਹੁੰਦਿਆਂ ਨਾ ਇੱਥੇ ਨਹਿਰ ਬਣੂਗੀ, ਅੱਜ ਮੈਂ ਤੁਹਾਨੂੰ ਸਪਸ਼ਟ ਕਹਿ ਰਿਹਾ। ਫੰਡ ਰੱਖਿਆ ਹੈ SYL ਦਾ, ਮੈਂ ਕਿ SYL ਦਾ ਬਿਲਕੁਲ ਨਹੀਂ ਬਣੇਗੀ, ਇੱਥੇ ਇੱਕ ਬੂੰਦ ਪਾਣੀ ਹੈ ਨਹੀਂ ਨਾ ਦਿੱਤਾ ਜਾਏਗਾ। ਚੰਡੀਗੜ੍ਹ ਪੰਜਾਬ ਦਾ ਨਹੀਂ ਖੋਣ ਦਿਆਂਗੇ। ਖੱਟੜ ਸਾਹਿਬ ਦੀ ਨਿੰਦਾ ਕੀਤੀ ਹੈ ਕਿ ਬਜਟ ਦੇ ਵਿੱਚ SYL ਫੰਡ ਕਿਉਂ ਰੱਖਿਆ ਗਿਆ? ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਉਹਨਾਂ ਦਾ ਮਸਲਾ ਹੈ ਨਾ, ਇਹ ਉਹਨਾਂ ਦਾ ਬਿਜ਼ਨਸ ਹੈ, ਕੀ ਕਰਦੇ ਕੀ ਨਹੀਂ। ਸਾਡਾ ਬੜਾ ਸਿੱਧਾ ਸਟੈਂਡ ਹੈ, ਅਸੀਂ ਡਟ ਕੇ ਵਿਰੋਧ ਕਰਾਂਗੇ, ਡਟ ਕੇ ਪੰਜਾਬ ਦੇ ਮਾਮਲਿਆਂ 'ਚ ਖਲੋਵਾਂਗੇ। ਅਸੀਂ ਬਿਲਕੁਲ ਇਹਨਾਂ ਗੱਲਾਂ ਨੂੰ ਨਾ ਬਰਦਾਸ਼ਤ ਕੀਤਾ, ਨਾ ਕਰਾਂਗੇ। ਤੁਸੀਂ ਬੇਅਦਬੀਆਂ ਦੀ ਗੱਲ ਕਰ ਰਹੇ ਸੀ, ਕੋਟਕਪੂਰਾ ਗੋਲੀकांड ਦੀ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਔਰ ਭਗਵੰਤ ਮਾਨ ਉਹਨਾਂ ਦਾ ਜਿਹੜਾ ਇੱਕ ਟਵੀਟ ਵੀ ਆਇਆ, ਸਟੇਟਮੈਂਟ ਵੀ ਇਸ ਤਰ੍ਹਾਂ ਦੀ ਟੈਲੀਵਿਜ਼ਨ ਦੇ ਉੱਪਰ ਦੇਖੀ ਹੈ। ਉਹ ਕਹਿ ਰਿਹਾ ਕਿ ਜਿਹੜੇ ਉਹਦੇ ਵਿੱਚ ਸਾਜ਼ਿਸ਼ੀ ਸੀ ਉਹਨਾਂ ਦਾ ਚਿਹਰਾ ਬੇਨਕਾਬ ਹੋ ਗਿਆ। ਉਹਦੇ 'ਚ ਸੁਖਬੀਰ ਸਿੰਘ ਬਾਦਲ ਜੀ ਦਾ ਨਾਂ ਆ ਰਿਹਾ, ਉਹਦੇ 'ਚ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਨਾਂ ਆ ਰਿਹਾ। ਤੁਸੀਂ ਇਸ ਗੱਲ ਤੋਂ ਸੰਤੁਸ਼ਟ ਹੋ? ਤੁਹਾਨੂੰ ਉਮੀਦ ਹੈ ਕਿ ਮੈਂ ਇੱਕ ਗੱਲ ਤੋਂ ਸੰਤੁਸ਼ਟ ਨਹੀਂ ਹਾਂ, ਮੈਂ ਟਾਈਮਿੰਗ ਦੇ ਖਿਲਾਫ ਹੈ। ਮੈਂ ਟਾਈਮਿੰਗ ਜਿਹੜਾ ਹੈ ਨਾ, ਉਹ ਇੱਕ ਪਾਸੇ ਬਈ ਇਹ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ, ਕਤਲੋਗਾਰਦ, ਗੁੰਡਾਗਰਦੀ ਸਾਰਾ ਦਿਨ ਹੋ ਰਹੀ ਹੈ ਔਰ ਨਸ਼ਿਆਂ ਨਾਲ ਲੋਕ ਮਰ ਰਹੇ ਹੈ। ਇਹਨਾਂ ਚੀਜ਼ਾਂ ਦਾ ਧਿਆਨ ਭਟਕਾਉਣ ਵਾਸਤੇ ਜਦੋਂ ਕਿ ਪੂਰਾ ਦੇਸ਼ ਕੇਜਰੀਵਾਲ ਤੋਂ ਔਰ ਇਹ ਭਗਵੰਤ ਮਾਨ ਤੋਂ ਜਵਾਬ ਮੰਗ ਰਿਹਾ ਸੀ, ਤੇ ਅਚਾਨਕ ਬਕਸੇ ਚੋਂ ਕੱਢ ਕੇ ਚਾਰ ਸ਼ੀਟ ਪੇਸ਼ ਕਰ ਦਿੱਤੀ ਗਈ। ਲੇਕਿਨ ਇਹ ਅਸਲੀ ਮੁੱਦਿਆਂ ਨੂੰ ਤੋਂ ਭੱਜ ਨਹੀਂ ਸਕਦੇ। ਮੈਂ ਇੱਕ ਗੱਲ ਕਹੀ ਕਿ ਤੁਸੀਂ ਭਾਈ ਮੈਨੂੰ ਇੱਕ ਗੱਲ ਦੱਸ ਦਿਓ ਤੁਸੀਂ ਕਿ ਅੱਜ ਕੁਝ ਬੰਦੇ ਇਕੱਠੇ ਹੁੰਦੇ ਆ, ਇਕੱਠੇ ਹੋ ਕੇ ਤੇ ਉਹ ਜਾ ਕੇ ਉਹਨੂੰ ਤਾੜਨਾ ਦਿੰਦੇ ਆ DGP ਨੂੰ, ਔਰ ਉਹ ਕਹਿੰਦੇ ਆ ਕਿ ਸਾਡੇ ਬੰਦੇ ਛੱਡ, ਨਹੀਂ ਤੇ ਅਸੀਂ ਥਾਣੇ ਦੇ ਵਿੱਚ ਘੇਰਾਂਗੇ। ਅੰਮ੍ਰਿਤਪਾਲ ਦੀ ਘਟਨਾ ਦੀ ਗੱਲ ਕਰ ਅੰਮ੍ਰਿਤਪਾਲ ਦੀ ਘਟਨਾ ਦੀ ਗੱਲ ਕਰ ਰਹੇ ਹਾਂ ਵੀ ਅਸੀਂ ਘੇਰਾਂਗੇ। ਉਹ ਆਪਣੇ ਘਰੋਂ ਚੱਲਿਆ, ਆਪਣੇ ਪਿੰਡੋਂ ਚੱਲਿਆ ਗੱਡੀਆਂ ਲੈ ਕੇ। ਸਰਕਾਰ ਕੀ ਕਰ ਰਹੀ ਸੀ? ਸੁੱਤੀ ਪਈ ਸੀ। ਬਈ ਗੁਰੂ ਗ੍ਰੰਥ ਸਾਹਿਬ ਦੀ ਆੜ ਲਈ ਗਈ, ਉਹਨੂੰ ਥਾਣੇ ਦੇ ਵਿੱਚ ਜਿੱਥੇ ਨਸ਼ੇ ਪਏ ਆ, ਜਿੱਥੇ ਸਮੈਕਾਂ ਪਈਆਂ, ਉਹ ਜਾ ਕੇ ਥਾਣੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਏ। ਇਹ ਬੇਅਦਬੀ ਨਹੀਂ ਆ। ਔਰ ਮੈਂ ਇਹ ਗੱਲ ਕਹਾਂ, ਮੈਂ ਠੀਕ ਹੈ ਕਿ ਪੁਲਿਸ ਦਾ ਜਿਹੜਾ ਸਟੈਂਡ ਹੈ ਉਹਦੀ ਮੈਂ ਇੱਜ਼ਤ ਕਰਦਾ ਉਸ ਗੱਲ ਦੀ। ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਹੋਰ ਕੋਈ ਨਹੀਂ। ਅਸੀਂ ਆਪ ਮਾਰ ਖਾ ਲਈ, ਅਸੀਂ ਆਪ ਤਸ਼ੱਦਦ ਸਹਿ ਲਿਆ, ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਨਮਸਤਕ ਰਹੇ। ਇਹ ਗੱਲ ਸੱਚ ਹੈ। ਲੇਕਿਨ ਦੂਸਰੀ ਗੱਲ ਸਰਕਾਰ ਦੀ ਨੀਤੀ ਕੀ ਹੈ? ਅੱਜ ਮੈਂ ਦੂਸਰਾ ਸਵਾਲ ਪੁੱਛਿਆ ਬਈ ਜੇਕਰ ਉਹ ਕੁਝ ਲੋਕ ਇਕੱਠੇ ਹੋ ਕੇ ਥਾਣਾ ਘੇਰ ਕੇ ਪੁਲਿਸ ਨੂੰ ਕੁੱਟ ਕੇ ਤੇ ਬੰਦੇ ਛਡਾ ਕੇ ਲੈ ਕੇ ਜਾਣਗੇ ਤੇ ਪੁਲਿਸ ਘੁੱਟਣੇ ਟੇਕ ਦੇਗੀ, ਤੇ ਜੇ ਉਹ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਘੇਰ ਲਿਆ ਆ ਕੇ ਤੇ ਭਗਵੰਤ ਮਾਨ ਨੂੰ ਬੰਨ ਲਿਆ ਤੇ ਉੱਥੇ ਕਹਿਣਗੇ ਚੱਲ ਵੀ ਖਾਲਿਸਤਾਨ ਦਾ ਮਤਾ ਪਾਸ ਕਰਤੇ, ਉਹ ਕਰ ਦੇਣਗੇ। ਪਰ ਰੌਲਾ ਇਸ ਗੱਲ ਦਾ ਚੱਲ ਰਿਹਾ, ਕਹਿੰਦੇ ਅੰਮ੍ਰਿਤਪਾਲ BJP ਦਾ ਭੇਜਿਆ ਹੈ। ਮੈਂ ਤੁਹਾਨੂੰ ਇਹ ਗੱਲ ਕਹੀ ਹੈ, ਭੇਜਿਆ ਤੇ ਭਾਈ ਸਾਨੂੰ ਵਾਪਸ ਕਰੋ, ਉੱਥੇ ਭੇਜੋ। ਇੱਥੇ ਕਿਉਂ ਰੱਖਿਆ ਸਾਂਭ ਕੇ ਇਹਨਾਂ ਨੇ? ਦਿਓ ਫੜ ਕੇ ਅੰਦਰ। ਕਿਉਂ ਨਹੀਂ ਕਾਰਵਾਈ ਕਰ ਰਹੇ? ਕਿਉਂ ਨਹੀਂ ਕਾਰਵਾਈ ਕਰਦੇ ਐ? ਉਹਨੂੰ ਕਿਉਂ ਉੱਥੇ ਤੱਕ ਜਾਣ ਦਿੱਤਾ? ਇਹ ਸ਼ੈਲਟਰ ਕਿਹਦਾ ਹੈ? ਇਹ ਸਿਰਫ ਕੇਜਰੀਵਾਲ ਦਾ ਸ਼ੈਲਟਰ ਹੈ। ਇੱਕ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਜਦੋਂ ਅਸੀਂ ਕੋਈ ਪਾਰਟੀ ਬਦਲਦੇ ਹਾਂ ਤਾਂ ਸਾਡੇ ਬਿਆਨ ਬਦਲ ਜਾਂਦੇ ਆ। ਔਰ ਜਿਵੇਂ ਕਿ ਆਪਾਂ ਜਾਣਦੇ ਹਾਂ, ਕਾਂਗਰਸ ਦੇ ਵਿੱਚੋਂ ਆਉਣਾ ਤੁਹਾਡੀ ਕੋਈ ਬੜੀ ਵੱਡੀ ਮਜਬੂਰੀ ਰਹੀ ਹੋਵੇਗੀ, ਕਿਉਂਕਿ ਮੈਂ ਜਾਣਦਾ ਰਾਜਕੁਮਾਰ ਵੇਰਕਾ ਕਿਸ ਸਿਧਾਂਤ ਦੇ ਰਾਜਨੀਤੀ ਕਰਨ ਵਾਲੇ ਇਨਸਾਨ ਹਨ, ਮੈਂ ਚੰਗੀ ਤਰ੍ਹਾਂ ਜਾਣਦਾ। ਔਰ ਇੱਕ ਸਿਧਾਂਤਕ ਪਾਰਟੀ, ਉਸ ਸਿਧਾਂਤਕ ਪਾਰਟੀ ਨੂੰ ਛੱਡਣਾ ਜਿਹੜੀ ਕਿ ਇੱਕ ਸਮਾਜਵਾਦੀ ਪਾਰਟੀ ਕੋਲ ਆਉਂਦੀ ਹੋਵੇ, ਔਰ ਸਮਾਜਵਾਦੀ ਤੋਂ ਇੱਕ ਜਿਹੜਾ ਹੈ ਉਹ ਇਸ ਪਾਸੇ ਮੋੜਾ ਕੱਢਣਾ। ਮੈਂ ਨਹੀਂ ਕਹਿੰਦਾ ਕਮਿਊਨਲਵਾਦੀ ਹੋ ਗਏ, ਮੈਂ ਨਹੀਂ ਕਹਿੰਦਾ ਕਿ ਸੰਪਰਦਾਇਕਤਾ ਵੱਲ ਤੁਸੀਂ ਧੱਕੇ ਗਏ, ਲੇਕਿਨ ਉਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਨਾਲ ਜੁੜਨਾ ਔਰ RSS ਦੀ ਵਿਚਾਰਧਾਰਾ ਨੂੰ ਅਪਣਾਉਣਾ ਜਿਹੜਾ ਹੈਗਾ ਤੁਹਾਡੀ ਬਹੁਤ ਵੱਡੀ ਮਜਬੂਰੀ ਰਹੀ ਹੋਣੀ ਹੈ। ਇਹ ਕਿਹਾ ਜਾ ਰਿਹਾ ਆਮ ਤੌਰ 'ਤੇ ਕਿ ਤੁਸੀਂ ਚੰਨੀ ਦਾ ਜਿਹੜਾ ਫੈਸਲਾ ਲਿਆ ਪਾਰਟੀ ਨੇ ਉਹਦੇ ਨਾਲ ਤੁਸੀਂ ਸਹਿਮਤ ਨਹੀਂ ਸੀ, ਤੁਹਾਨੂੰ ਇਸ ਗੱਲ ਦੀ ਬੜੀ ਨਾਰਾਜ਼ਗੀ ਸੀ। ਇਸ ਤੋਂ ਇਲਾਵਾ ਹਰੀਸ਼ ਚੌਧਰੀ ਨਾਲ ਤੁਹਾਡੇ ਬੜੇ ਕਾਫੀ ਕਹਿੰਦੇ ਤਣਾਅ ਵਾਲੇ ਸੰਬੰਧ ਬਣ ਗਏ ਸੀ।
ਦੇਖੋ ਸਵਾਲ ਇਸ ਗੱਲ ਦਾ ਹੈ ਕਿ ਪਾਰਟੀ ਦੇ ਅੰਦਰੂਨੀ ਕਈ ਗੱਲਾਂ ਹੁੰਦੀਆਂ, ਲੇਕਿਨ ਜਿੱਥੋਂ ਤੱਕ ਸਵਾਲ ਚੰਨੀ ਦਾ ਹੈ ਇਹ ਬਿਲਕੁਲ ਗਲਤ ਹੈ ਕਿ ਮੇਰੇ ਉਹਦੇ ਰਿਲੇਸ਼ਨ 'ਚ ਕਦੀ ਫਰਕ ਨਹੀਂ ਰਿਹਾ ਸੀ। ਔਰ ਮੁੱਖ ਮੰਤਰੀ ਪਾਰਟੀ ਰਹਿੰਦੇ ਨਾਲ ਸਹਿਮਤ ਨਹੀਂ ਸੀ? ਨਹੀਂ, ਪਾਰਟੀ ਨਾਲ ਮੈਂ ਹਮੇਸ਼ਾ ਸਹਿਮਤ ਰਿਹਾ। ਉਹ ਬਈ ਗੱਲ ਹੈ, ਮੈਂ ਸੀਨੀਅਰ ਹੋਣ ਦੇ ਬਾਵਜੂਦ ਵੀ ਮੈਨੂੰ ਇੱਕ ਦਿਨ ਦੱਸੋ ਕਿ ਪਾਰਟੀ ਦੇ ਮੈਂ ਖਿਲਾਫ ਕਦੀ ਉੱਥੇ ਬੋਲਿਆ ਹੋਵਾਂ, ਪਾਰਟੀ ਦੀ ਵਿਚਾਰਧਾਰਾ ਦੇ ਖਿਲਾਫ ਉਦੋਂ ਕਦੀ ਬੋਲਿਆ ਹੋਵਾਂ, ਕਦੀ ਮੈਂ ਚੀਜ਼ ਕਹੀ ਹੋਵੇ। ਲੇਕਿਨ ਤੁਸੀਂ ਇਹ ਗੱਲ ਬਾਰ-ਬਾਰ ਮੈਨੂੰ ਪੁੱਛਿਆ ਕਿ ਕੀ ਮਜਬੂਰੀ ਹੋਈ ਤੁਹਾਨੂੰ ਇਹ ਦੌਰਾਨ। ਮੈਂ ਤੁਹਾਨੂੰ ਇਹ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਜੜ੍ਹਾਂ ਛੱਡ ਚੁੱਕੀ ਹੈ। ਇੱਥੇ ਮੇਰਾ ਸਮਾਜ ਪੂਰੇ ਦੇਸ਼ ਦਾ ਹੈ, ਹਰੀਸ਼ ਚੌਧਰੀ ਨਾਲ ਕੀ ਪੰਗਾ ਸੀ? ਬਈ ਮੇਰਾ ਕਿਸੇ ਨਾਲ ਕੋਈ ਪੰਗਾ ਨਹੀਂ। ਮੈਂ ਤੁਹਾਨੂੰ ਇਹ ਕਿਹਾ ਕਿ ਜਿਸ ਦੇਸ਼ ਦੇ ਅੰਦਰ ਜਿਸ ਕਮਿਊਨਿਟੀ ਨੂੰ, ਜਿਸ ਸਮਾਜ ਨੂੰ ਮੈਂ ਰਿਪਰੈਜ਼ੈਂਟ ਕਰਦਾ ਹਾਂ, ਮੈਂ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਦੇ ਉੱਪਰ, ਜਿਹਨੂੰ ਨੈਸ਼ਨਲ ਕਮਿਸ਼ਨ ਸ਼ਡਿਊਲ ਕਾਸਟ ਕਹਿੰਦੇ ਆ, ਬਈ ਮੈਂ ਉਹਦਾ ਚੇਅਰਮੈਨ ਹਾਂ। ਪੂਰੇ ਦੇਸ਼ ਦੀ ਪੀੜਾ ਦੇਖੀ ਹੈ, ਮੈਂ ਪੂਰੇ ਦੇਸ਼ ਦੀਆਂ ਸਮੱਸਿਆ ਦੇਖੀਆਂ, ਦਲਿਤਾਂ ਦੀਆਂ ਸਮੱਸਿਆ ਨੂੰ ਜਾਣਦਾ। ਮੈਨੂੰ ਇਸ ਪਤਾ ਲੱਗਾ ਵੀ ਕਾਂਗਰਸ ਪਾਰਟੀ ਆਪਣਾ ਆਧਾਰ ਛੱਡ ਚੁੱਕੀ ਹੈ। ਕਾਂਗਰਸ ਪਾਰਟੀ ਆਪਣਾ ਚੇਅਰਮੈਨ ਨੂੰ ਦੁਬਾਰਾ ਵੀ ਮਿਲਣ ਨੂੰ ਵੀ ਮੇਰੀ ਕੋਈ ਸੰਭਾਵਨਾ ਨਹੀਂ। ਮੈਂ 2 ਵਾਰੀ ਰਹਿ ਰਿਹਾ ਯਾਰ ਉੱਥੇ, ਲੇਕਿਨ ਮੇਰਾ ਕੋਈ ਅਜਿਹੀ ਚੀਜ਼ ਨਾਲ ਮੇਰੀ ਕੋਈ ਸੰਬੰਧ ਨਹੀਂ। ਲੇਕਿਨ ਮੈਂ ਤੁਹਾਨੂੰ ਦੂਰਦੇਸ਼ੀ ਦੀ ਗੱਲ ਦੱਸੀ ਹੈ ਕਿ ਮੇਰੀ ਕੌਮ ਦਾ ਭਲਾ ਹੁਣ ਕਿਹਦੇ 'ਚ ਹੈ। ਕਾਂਗਰਸ ਪਾਰਟੀ ਤੇ ਆਪਣੀਆਂ ਜੜ੍ਹਾਂ ਛੱਡ ਚੁੱਕੀ, ਲੜ ਕੇ ਫਾਵੇ ਹੋ ਰਹੇ ਆ, ਕੱਪੜੇ ਫਾੜੀ ਜਾਂਦੇ ਆ। ਦੂਸਰੀ ਕੋਈ ਪਾਰਟੀ ਹੈ ਨਹੀਂ ਇਸ ਜਗ੍ਹਾ ਦੇ ਉੱਪਰ ਜਿਹੜੀ ਕੋਈ ਗਰੀਬਾਂ ਨੂੰ ਧਿਆਨ ਰੱਖ ਸਕੇ, ਦਲਿਤਾਂ ਦਾ ਧਿਆਨ ਰੱਖ ਸਕੇ, ਤੇ ਇਹ 'ਚ ਕੋਈ ਸ਼ੱਕ ਨਹੀਂ। ਮੈਨੂੰ ਨਾ ਇੱਕ ਬੜੀ ਇਸ ਗੱਲ ਤੇ ਅਫਸੋਸ ਹੁੰਦਾ ਹੈ ਵਿਰਕਾ ਸਾਹਿਬ, ਤੁਹਾਨੂੰ ਯਾਦ ਹੈ ਕਿ ਜਿਹੜੇ ਦਲਿਤਾਂ ਦੇ ਵਿੱਚ ਇਸ ਤਰ੍ਹਾਂ ਦੇ ਪਰਿਵਾਰ ਨੇ ਜਿਨ੍ਹਾਂ ਨੂੰ ਮਰੇ ਹੋਏ ਪਸ਼ੂ ਚੱਕਣੇ ਪੈਂਦੇ ਆ। ਤੁਹਾਨੂੰ ਯਾਦ ਹੈ ਕਿ ਮਰੇ ਹੋਏ ਪਸ਼ੂ ਨੂੰ ਚੱਕ ਕੇ ਲੈ ਜਾ ਰਹੇ ਸੀ ਦਲਿਤ ਨੌਜਵਾਨ, ਉਹਨਾਂ ਨਾਲ ਇਸੇ ਵਿਚਾਰਧਾਰਾ ਦੇ ਲੋਕਾਂ ਨੇ ਕੀ ਕੀਤਾ ਸੀ? ਤੁਸੀਂ ਯਾਦ ਹੈਗਾ ਤੁਹਾਨੂੰ ਇਹ? ਦੇਖੋ ਮੇਨਲੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਨੇ ਚੱਕਣੇਗਾ, ਮੈਂ ਤੁਹਾਨੂੰ ਕਿਹਾ ਕਿ ਚੰਗੇ ਮਾੜੇ ਗੁੰਡੇ ਸ਼ਰੀਫ ਸਾਰੀਆਂ ਕੌਮਾਂ ਦੇ ਵਿੱਚ ਹੁੰਦੇ ਆ, ਸਾਰੀਆਂ ਜਗ੍ਹਾ ਦੇ ਉੱਤਰ ਹੁੰਦੇ। ਨਹੀਂ ਸ਼ੈਲਟਰ ਥੱਲੇ, ਅਗਰ ਕੋਈ ਨਹੀਂ ਸ਼ੈਲਟਰ ਥੱਲੇ ਕਦੀ ਨਹੀਂ ਹੋ ਸਕਦਾ। ਅਜਿਹੇ ਲੋਕ ਜੇ ਕੋਈ ਘਟਨਾ ਕਰਦੇ ਆ ਤੇ ਉਹਦੀ ਸਾਰਾ ਸਮਾਜ ਨਹੀਂ ਪੂਰੇ ਦੇਸ਼ ਨੂੰ ਨਿੰਦਾ ਕਰਨੀ ਚਾਹੀਦੀ ਹੈ। ਔਰ ਮੈਂ ਹਮੇਸ਼ਾ ਹੀ ਉਹਨਾਂ ਦੇ ਖਿਲਾਫ ਆ, ਅੱਜ ਵੀ ਆ, ਕੱਲ ਵੀ ਰਹਾਂ। ਤੁਸੀਂ ਆਤਮਿਕ ਤੌਰ ਤੇ ਕਬੂਲ ਕਰ ਲਈ ਹੈ ਭਾਜਪਾ? ਮੈਂ ਤੁਹਾਨੂੰ ਇਹ ਕੀ ਕਿਹਾ ਵੀ ਭਾਜਪਾ ਨੂੰ ਕੋਈ ਮੈਨੂੰ ਦੱਸੋ ਕੋਈ ਖੁਰਕ ਪਈ ਹੋਈ ਹੈ? ਭਾਜਪਾ ਦੀ ਕੀ ਪਰੇਸ਼ਾਨੀ ਕੀ ਹੈ? ਭਾਜਪਾ ਪੂਰੇ ਦੇਸ਼ ਖੁਰਕ ਤਾਂ ਠੀਕ ਹੋ ਜਾਂਦੀ ਪਰ ਇਹਨਾਂ ਦੀ ਵਿਚਾਰਧਾਰਾ ਪੂਰੇ ਦੇਸ਼ ਨੇ ਐਕਸੈਪਟ ਕਰ ਲਿਆ ਨਾ, ਪੂਰੇ ਦੇਸ਼ ਨੇ ਐਕਸੈਪਟ ਕਰ ਲਿਆ। ਮੈਨੂੰ ਦੱਸ ਦਿਓ, ਭਾਜਪਾ ਨੂੰ ਪੂਰੇ ਦੇਸ਼ ਨੇ ਮੰਨ ਲਿਆ, ਜਿਸ ਸਾਰੇ ਦੇਸ਼ ਨੇ ਐਕਸੈਪਟ ਕਰ ਲਿਆ। ਵਿਰਕਾ ਸਾਹਿਬ ਖੁਰਕ ਦਾ ਇਲਾਜ ਹੈਗਾ ਉਹ ਬਈ ਗੱਲ ਮੈਂ ਤੁਹਾਨੂੰ ਇਹ ਕਹਿਣ ਲਿਆ, ਇਹਨਾਂ ਦੀ ਵਿਚਾਰਧਾਰਾ ਦਾ ਕੋਈ ਇਲਾਜ ਨਹੀਂ। ਪੂਰੇ ਦੇਸ਼ ਨੇ ਮੰਨ ਲਿਆ। ਜਿਹੜੀ ਵਿਚਾਰਧਾਰਾ ਨੂੰ ਮੇਰਾ ਪੂਰਾ ਦੇਸ਼ ਮੰਨਦਾ ਹੋਵੇ ਤੇ ਉਸ ਵਿਚਾਰਧਾਰਾ ਨੂੰ ਕਿਉਂ ਨਹੀਂ ਮੰਨੋਗੇ ਤੁਸੀਂ? ਪੂਰਾ ਦੇਸ਼ ਕਦੋਂ ਮੰਨਦਾ ਹੈ? ਨਹੀਂ ਪੂਰਾ ਦੇਸ਼ ਮੰਨਦਾ ਹੈ। ਕਿੰਨੇ ਪਰਸੈਂਟ ਮੰਨਦੇ, ਕਿੰਨੇ ਪਰਸੈਂਟ ਨਾਲ ਸਰਕਾਰ ਬਣਦੀ ਹੈ? ਔਰ ਹੁਣ ਤਾਂ ਗ੍ਰਾਫ ਡਿੱਗ ਚੁੱਕਿਆ ਭਾਜਪਾ ਦਾ। ਦੇਖੋ ਇਹ ਤੁਸੀਂ ਕਹਿੰਦੇ ਡਿੱਗ ਚੁੱਕਾ ਨਾ, ਆ ਟਾਈਮ ਆਉਣ ਵਾਲਾ। ਮੈਨੂੰ ਦੱਸ ਦਿਓ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਰਾਬਰ ਦਾ ਕੋਈ ਲੀਡਰ ਹੋਵੇ, ਜਾਂ ਤੁਸੀਂ ਮੈਨੂੰ ਕਹੋ ਜੀ ਫਲਾਣੀ ਸਰਕਾਰ ਬਣ ਜਾਣੀ ਹੈ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਾਂ ਸਿੱਧੀ ਜਿਹੀ, ਕਹਿੰਦੇ ਕੋਈ ਨਹੀਂ ਹੈ ਟੱਕਰ ਮੇਂ, ਪੜੋ ਮਤ ਕਿਸੇ ਚੱਕਰ ਮੇਂ। ਇਹ ਚੱਕਰ 'ਚ ਪੈਣ ਦੀ ਲੋੜ ਨਹੀਂ। 2024 'ਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਬਣਨੀ ਜੇ। ਔਰ ਇਹ ਮੈਂ ਤੁਹਾਨੂੰ ਕਿਹਾ ਸਾਰੇ ਸਮਾਜਾਂ ਨੂੰ ਮਿਲਾ ਕੇ ਬਣਨੀ ਹੈ, ਸਾਰਿਆਂ ਨੂੰ ਨਾਲ ਲੈ ਕੇ ਬਣਨੀ ਹੈ। ਔਰ ਜਿੱਥੇ ਜਿੱਥੇ ਕਮੀਆਂ ਸੀ, ਜਿਸ ਸੋਚ 'ਚ ਕਮੀ ਸੀ, ਸਾਡਾ ਕੰਮ ਹੈ ਉਹ ਸੋਚ ਨੂੰ ਠੀਕ ਕਰਨਾ। ਜਿਹੜੇ ਬੰਦਿਆਂ ਦੇ ਅੰਦਰ ਕਮੀ ਸੀ, ਚਾਹੇ ਉਹ ਬੀਜੇਪੀ 'ਚ ਹੋਣ, ਚਾਹੇ ਉਹ ਦੂਸਰੀ ਪਾਰਟੀਆਂ 'ਚ ਹੋਣ, ਸਾਡਾ ਕੰਮ ਆ ਕਿ ਉਸ ਗੱਲ ਦੀ ਸੋਚ ਨੂੰ ਠੀਕ ਕਰਨਾ। ਅਸੀਂ ਸੈਕੂਲਰ ਸੋਚ ਦੇ ਲੋਕ ਹਾਂ ਔਰ ਸੈਕੂਲਰ ਗੱਲ ਕਰਦੇ ਹਾਂ ਔਰ ਸੈਕੂਲਰ ਕੰਮਾਂ ਦੇ ਨਾਲ ਵਿਸ਼ਵਾਸ ਰੱਖਦੇ। ਪੰਜਾਬ 'ਚ ਭਾਜਪਾ ਦਾ ਕੀ ਫਿਊਚਰ ਹੈ? ਪੰਜਾਬ ਦੇ ਵਿੱਚ ਭਈਆ ਹੁਣ ਆਉਣ ਲੱਗੀ ਇੱਕ ਬਾਈ ਇਲੈਕਸ਼ਨ ਜਲੰਧਰ ਵਾਲੀ, ਇਹ ਦੇਖ ਲੈਣਾ। ਤੇ 24 ਦੇ ਵਿੱਚ ਪਾਰਲੀਮੈਂਟ ਦੇ ਇਲੈਕਸ਼ਨ ਆ ਰਿਹਾ। ਔਰ ਹੁਣ ਲੋਕਾਂ ਨੇ ਦੇਖ ਲਿਆ ਸਾਰਿਆਂ ਨੂੰ। ਤੁਸੀਂ ਆਪ ਸੋਚੋ, ਅਕਾਲੀ ਦਲ ਦਾ ਕੀ ਆਧਾਰ ਹੈ ਔਰ ਕਾਂਗਰਸ ਦਾ ਕੀ ਆਧਾਰ ਰਹਿ ਗਿਆ। ਔਰ ਤੁਸੀਂ ਇਹ ਖੁਦ ਦੇਖੋ ਵੀ ਆਮ ਆਦਮੀ ਪਾਰਟੀ ਨੂੰ ਕੋਈ ਸ਼ਹਿਰ ਜਾਂ ਪਿੰਡ 'ਚ ਵੜਨ ਨਹੀਂ ਦੇ ਰਿਹਾ ਅੱਜ ਕੱਲ। ਉਹਨਾਂ ਦੇ ਜੜ੍ਹਾਂ ਛੱਡ ਚੁੱਕੇ ਆ। ਅੱਜ ਬੀਜੇਪੀ ਤੋਂ ਇਲਾਵਾ ਕੋਈ ਬ੍ਰਾਂਡ ਹੈ ਹੀ ਨਹੀਂ। ਉਹ ਕਦੋਂ ਤੱਕ ਉਮੀਦ ਹੈ ਜਲੰਧਰ ਬਾਈਪੋਲ ਦੀ? ਮੈਨੂੰ ਲੱਗਦਾ ਹੈ ਕਿ ਸ਼ਾਇਦ ਸੁਣਨ ਚਾਹੁੰਦਾ ਹੈ ਕਿ ਉਹ ਮਈ ਦੇ ਵਿੱਚ, ਸ਼ਾਇਦ ਮਈ ਜੂਨ ਦੇ ਮਈ 'ਚ ਹੋ ਜਾਏਗੀ। ਮਈ 'ਚ ਤਾਂ ਇਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਜਿੱਤੇਗੀ? ਮੈਨੂੰ 100% ਪਤਾ ਹੈ ਕਿ ਬੀਜੇਪੀ ਜਿੱਤੇਗੀ। ਕੋਈ ਜਿਹੜੀ ਇਹ ਬਾਈ ਇਲੈਕਸ਼ਨ ਹੈ, ਜਿਹੜੀ ਜਲੰਧਰ ਵਾਲੀ ਚੋਣ ਹੈ,
ਇਹਦੇ ਤੋਂ ਪਹਿਲਾਂ ਪੰਜਾਬ ਨੂੰ ਸੈਂਟਰ ਵੱਲੋਂ ਕੁਝ ਦਿੱਤੇ ਜਾਣ ਦੀ ਵੀ ਉਮੀਦ ਹੈਗੀ ਹੈ? ਬਿਲਕੁਲ, ਮੈਂ ਤੁਹਾਨੂੰ ਇਹ ਗੱਲ ਹੈ ਕਿ ਇਸ ਤੋਂ ਪਹਿਲੇ ਅਸੀਂ ਡਰੱਗ ਦੇ ਖਿਲਾਫ ਇੱਕ ਮੂਵਮੈਂਟ ਸ਼ੁਰੂ ਕਰਨ ਲੱਗੇ ਹਾਂ। ਯਾਤਰਾ ਦਾ ਸ਼ੁਭਾਰੰਭ ਇਹ ਮਾਰਚ ਦੇ ਸੈਕੰਡ ਜਾਂ ਥਰਡ ਵੀਕ ਦੇ ਵਿੱਚ ਸ਼ੁਰੂ ਕਰ ਰਹੇ ਹਾਂ। 13 ਪਾਰਲੀਮੈਂਟ ਹਲਕੇ ਔਰ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਇਹ ਡਰੱਗ ਦੇ ਵਾਸਤੇ ਇੱਕ ਫ੍ਰੀ ਕਰਨ ਵਾਸਤੇ, ਲੋਕਾਂ ਨੂੰ ਬਚਾਉਣ ਵਾਸਤੇ ਇਹ ਯਾਤਰਾ ਕੱਢ ਰਹੇ ਹਾਂ, ਜਿਹਦੀ ਸ਼ੁਰੂਆਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਅੰਮ੍ਰਿਤਸਰ ਤੋਂ ਕਰਨ ਜਾ ਰਹੇ ਹਨ। ਔਰ ਅਸੀਂ ਇਹ ਯਾਤਰਾ ਦੇ ਨਾਲ ਨਾਲ ਖਾਲੀ ਅਸੀਂ ਸਲੋਗਨ ਨਹੀਂ ਦੇ ਰਹੇ, ਲੋਕਾਂ ਨੂੰ ਪਤਾ ਹੈ ਕਿ ਭਈ ਇਹਨਾਂ ਨੇ ਜੋ ਕਿਹਾ ਬੀਜੇਪੀ ਨੇ ਕੀਤਾ ਹੈ। ਅੱਜ ਯੂਪੀ ਦੇ ਵਿੱਚ ਕਿੰਨੀ ਗੁੰਡਾਗਰਦੀ ਸੀ, ਯੂਪੀ ਦੇ ਵਿੱਚ ਕੀ ਸੀ, ਅੱਜ ਪੀਸ ਆਫ ਮਾਈਂਡ। ਕੋਈ ਖੁਸ਼ਖਬਰੀ ਵੀ ਦੇਣ ਜਾ ਰਹੇ ਹੋ ਪੰਜਾਬ ਨੂੰ? ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਪਹਿਲੀ ਗੱਲ ਹੈ ਕਿ ਸਾਡਾ ਕੰਮ ਹੈ ਪੰਜਾਬ ਦੇ ਲੋਕਾਂ ਨੂੰ ਬਚਾਉਣਾ। ਉਹਦੇ ਵਾਸਤੇ ਕੇਂਦਰ ਸਰਕਾਰ ਜਿੱਥੇ ਯਾਤਰਾ ਕੱਢ ਰਹੀ ਹੈ ਨਸ਼ਿਆਂ ਦੇ ਖਿਲਾਫ, ਉੱਥੇ ਅਸੀਂ ਉਹਨਾਂ ਨੂੰ ਰੀਹੈਬਿਲਿਟੇਟ ਵਾਸਤੇ ਅਸੀਂ ਉੱਥੇ ਸੈਂਟਰ ਬਣਾ ਰਹੇ ਹਾਂ, ਉੱਥੇ ਇਨਵੈਸਟਮੈਂਟ ਕਰ ਰਹੇ ਹਾਂ, ਉੱਥੇ ਅਸੀਂ ਕਲੀਨਿਕ ਬਣਾ ਰਹੇ ਹਾਂ। ਇਹ ਸੈਂਟਰ ਗਵਰਨਮੈਂਟ ਨਾਲ ਦੀ ਨਾਲ ਉਪਰਾਲਾ ਕਰਕੇ ਇਹਦਾ ਟ੍ਰੀਟਮੈਂਟ ਵੀ ਕਰੇਗੀ। ਔਰ ਇਹ ਅਸੀਂ ਸ਼ੁਰੂਆਤ ਕੀਤੀ ਹੈ ਅਜੇ। ਔਰ ਦੂਸਰੀ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਬੜੀ ਜਲਦੀ ਜਿਹੜੀਆਂ ਤੁਸੀਂ ਬਾਕੀ ਦੀਆਂ ਖੁਸ਼ਖਬਰੀਆਂ ਡਿੱਕਣ ਦੇ ਹੋ ਨਾ, ਉਹ ਸਾਰੀਆਂ ਮਿਲ ਜਾਣੀਆਂ। ਕੋਈ ਇੱਕ ਅੱਧਾ ਕੋਈ ਦੱਸ ਦਿਓ ਮਾੜਾ ਜਿਹਾ। ਮੈਂ ਕਿਹਾ ਬੜੀਆਂ ਮਿਲ ਜਾਣੀਆਂ, ਸਾਰੀਆਂ ਮਿਲ ਜਾਣੀਆਂ। ਬਹੁਤ ਮਿਹਰਬਾਨੀ, ਥੈਂਕ ਯੂ, ਧੰਨਵਾਦ ਤੁਹਾਡਾ। ਮਿਹਰਬਾਨੀ। ਸੋ ਕੋਸ਼ਿਸ਼ ਮੈਂ ਕੀਤੀ ਸੀ ਵਿਰਕਾ ਸਾਹਿਬ ਨੂੰ ਫੋਲਾਫਾਲੀ ਕਰਨ ਦੀ। ਵਿਰਕਾ ਸਾਹਿਬ ਬੜੇ ਮੰਝੇ ਹੋਏ ਪੋਲੀਟੀਸ਼ੀਅਨ ਨੇ, ਪਰ ਫਿਰ ਵੀ ਦਿਲ ਦੇ ਸਾਫ਼ ਨੇ। ਮੈਂ ਕਈ ਵਾਰ ਇਹਨਾਂ ਨੂੰ ਮਿਲਿਆ ਆ ਔਰ ਇਹਨਾਂ ਦੇ ਆਪਾਂ ਸਿਆਸੀ ਇਤਿਹਾਸ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹਾਂ। ਤੁਸੀਂ ਵਿਰਕਾ ਸਾਹਿਬ ਸਾਨੂੰ ਟਾਈਮ ਦਿੱਤਾ, ਤੁਹਾਡਾ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਤੁਹਾਡੀ ਭਾਜੀ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਣੇ ਰਹੋ ਸਾਂਝਾ ਟੀਵੀ ਨਾਲ। ਮੈਨੂੰ ਦਿਓ ਇਜਾਜ਼ਤ। ਸ਼ੁਕਰੀਆ।